ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਨ ਲੱਗਦੇ ਹਾਂ, ਸਿਮਰਨ ਕਰਨ ਲੱਗਦੇ ਹਾਂ ਜਾਂ ਆਰਾਧਨਾ ਕਰਨ ਲੱਗਦੇ ਹਾਂ, ਤਾਂ ਮਨ 'ਚ ਸਵਾਲ ਪੈਦਾ ਹੁੰਦਾ ਹੈ ਕਿ ਸਾਡਾ ਮਨ ਪੰਖੇਰੂ ਉਸ ਵਕਤ ਉੱਡਣ ਕਿਉਂ ਲੱਗ ਪੈਂਦਾ ਹੈ। ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਪੂਰਨ ਤੌਰ 'ਤੇ ਸਮਰਪਿਤ ਕਿਉਂ ਨਹੀਂ ਕਰਦਾ ਹੈ। ਉਹ ਧਾਵਣਾ ਸ਼ੁਰੂ ਕਿਉਂ ਕਰ ਦਿੰਦਾ ਹੈ, ਖੰਡਿਤ ਕਿਉਂ ਹੋ ਜਾਂਦਾ ਹੈ। ਤਾਂ ਗੁਰਬਾਣੀ ਇਸ ਦੀ ਬੜੀ ਸੇਧ ਦਿੰਦੀ ਹੈ, ਇੱਕ ਵਿਧੀ ਦੱਸਦੀ ਹੈ ਕਿ ਗੁਰੂ ਸਾਹਿਬ ਸੋਹੀ ਰਾਗ ਦੇ ਵਿੱਚ ਗੁਰੂ ਨਾਨਕ ਫਰਮਾਉਂਦੇ ਹਨ ਕਿ ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਨਾਇਆ, ਮਨ ਪ੍ਰਦੇਸੀ ਜੇਥੀ ਹੈ ਸਭ ਦੇਸ ਪਰਾਇਆ। ਕਿ ਅਸੀਂ ਜਦੋਂ ਵੀ ਪਰਮਾਤਮਾ ਦਾ ਸਿਮਰਨ ਕਰਨ ਲੱਗਦੇ ਹਾਂ ਤਾਂ ਉਸ ਵਕਤ ਸਾਨੂੰ ਨੇਕ ਕਾਮਨ ਹੋਣਾ ਚਾਹੀਦਾ ਹੈ, ਡਿਜ਼ਾਇਰਲੈਸ ਹੋਣਾ ਚਾਹੀਦਾ ਹੈ, ਖਾਸ਼ਾਂ ਤੋਂ ਰਹਿਤ ਹੋਣਾ ਚਾਹੀਦਾ ਹੈ। ਲੇਕਿਨ ਸਾਡਾ ਮਨ ਖਾਸ਼ਾਂ ਪਾਲਦਾ ਰਹਿੰਦਾ ਹੈ ਔਰ ਉਸ ਵਕਤ ਵੀ ਪਾਲਦਾ ਹੈ, ਔਰ ਖਾਸ਼ਾਂ ਸਾਨੂੰ ਫਿਊਚਰ ਦੇ ਜੋ ਗਰਭ 'ਚ ਲੈ ਜਾਂਦੀਆਂ ਹਨ, ਔਰ ਅਸੀਂ ਜੋ ਪ੍ਰੈਜੈਂਟ ਹੈ, ਜੋ ਪੂਰਨ ਹੈ, ਉਸ ਤੋਂ ਪਰ ਅਪੂਰਨ ਤੱਕ ਸਾਨੂੰ ਖਿੱਚ ਕੇ ਲੈ ਜਾਂਦੀਆਂ ਹਨ। ਡਿਜ਼ਾਇਰਸ ਇੱਕ ਐਸਾ ਨਸ਼ਾ ਹੈ ਕਿ ਜੋ ਭਿਆਨਕ ਨਸ਼ਿਆਂ ਤੋਂ ਵੀ ਵੱਡਾ ਨਸ਼ਾ ਹੈ। ਇਹ ਸਾਨੂੰ ਅੰਨਾ ਕਰ ਦਿੰਦੀਆਂ ਹਨ, ਬੋਲਾ ਕਰ ਦਿੰਦੀਆਂ ਹਨ, ਗੂੰਗਾ ਕਰ ਦਿੰਦੀਆਂ ਹਨ। ਅਸੀਂ ਸਤਿਗੁਰੂ ਦੇ ਪਾਸ ਬੈਠੇ ਹਾਂ, ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਖਿਆਲ ਕਰਨ ਲਈ ਬੈਠੇ ਹਾਂ, ਲੇਕਿਨ ਸਾਡਾ ਮਨ ਤਾਂ ਖਿੰਡ ਗਿਆ ਹੈ। ਉਹ ਤਾਂ ਜਾਂ ਪਾਸਟ ਦੇ ਸ਼ਮਸ਼ਾਨਾਂ ਦੀ ਸੈਰ ਕਰ ਰਿਹਾ ਹੈ ਜਾਂ ਫਿਊਚਰ ਦੇ ਜੋ ਖੰਡਤ ਰਸਤੇ ਹਨ ਉੱਥੇ ਘੁੰਮ ਰਿਹਾ ਹੈ, ਔਰ ਨਾਮ ਤੋਂ ਵਿਹੂਣਾ ਰਹਿ ਜਾਂਦਾ ਹੈ। ਗੁਰੂ ਦਾ ਸ਼ਬਦ ਕੀ ਕਹਿ ਰਿਹਾ ਹੈ, ਅਸੀਂ ਬਹਿਰੇ ਹੋ ਜਾਂਦੇ ਹਾਂ, ਸਾਨੂੰ ਸੁਣਦਾ ਕੁਛ ਨਹੀਂ। ਗੁਰੂ ਸਾਡੇ ਅੰਗ ਸੰਗ ਬੈਠਾ ਹੈ, ਸਾਨੂੰ ਨਜ਼ਰ ਨਹੀਂ ਆਉਂਦਾ, ਅੰਨੇ ਹੋ ਜਾਂਦੇ ਹੈ। ਔਰ ਗੁਰੂ ਦੀ ਸਿਫਤ ਸਲਾਹ ਕਰਨ ਤੋਂ ਸਾਡੀ ਜ਼ੁਬਾਨ ਜੋ ਹੈ ਗੂੰਗੀ ਹੋ ਬੈਠਦੀ ਹੈ। ਇਹ ਬੜੀ ਵੱਡੀ ਟ੍ਰੈਜਡੀ ਹੈ। ਨਾਮ ਵਿਹੂਣੇ ਊਣੇ ਝੂਣੇ, ਅਸੀਂ ਇਨਕੰਪਲੀਟ ਹੋ ਜਾਂਦੇ ਹਾਂ। ਊਣੇ ਝੂਣੇ ਦਾ ਭਾਵ ਹੈ ਕਿ ਪੂਰਨਤਾ ਤੋਂ ਰਹਿਤ ਹੋ ਜਾਂਦੇ ਹਾਂ, ਜਦੋਂ ਕਿ ਅਸੀਂ ਪੂਰਨ ਦੇ ਪਾਸ ਬਹਿ ਕੇ ਪੂਰਨ ਹੋਣਾ ਹੈ, ਔਰ ਅਸੀਂ ਪੂਰਨਤਾ ਤੋਂ ਅਪੂਰਨਤਾ ਵੱਲ ਦੀ ਸਫ਼ਰ ਕਰਨ ਲੱਗ ਪੈਂਦੇ ਹਾਂ, ਯਾਤਰਾ ਕਰਨ ਲੱਗ ਪੈਂਦੇ ਹਾਂ। ਤਾਂ ਇੱਥੇ ਇੱਕ ਜਿਹੜੀ ਬੜੀ ਵੱਡੀ ਗੱਲ ਸਮਝਣ ਵਾਲੀ ਹੈ ਕਿ ਨਿੱਜ ਘਰ ਜਿਹੜਾ ਹੈ, ਜੋ ਸਾਡਾ ਪ੍ਰੈਜੈਂਟ ਹੈ, ਜਿੱਥੇ ਸਾਡਾ ਸਤਿਗੁਰੂ ਸਾਡੇ ਪਾਸ ਬੈਠਾ ਹੈ, ਅਸੀਂ ਉਸ ਤੋਂ ਜਦੋਂ ਵੀ ਮੁਨਕਰ ਹੋਵਾਂਗੇ, ਜਦੋਂ ਵੀ ਉਸ ਨੂੰ ਛੱਡ ਕੇ ਦੂਰ ਜਾਵਾਂਗੇ ਜਾਂ ਸੂਰਜ ਤੋਂ ਪਰੇ ਜਾਵਾਂਗੇ ਤਾਂ ਰੋਸ਼ਨੀ ਤੋਂ ਵੀ ਹੁਣੇ ਹੋ ਜਾਵਾਂਗੇ। ਔਰ ਅਗਰ ਅਸੀਂ ਰੋਸ਼ਨੀ ਮੰਨਣੀ ਹੈ ਤਾਂ ਸਾਨੂੰ ਆਪਣੇ ਨਿੱਜ ਘਰ 'ਚ ਆਉਣਾ ਪਏਗਾ, ਜਿੱਥੇ ਮਹਾਨ ਸੂਰਜ ਜੋ ਗੁਰੂ ਦਾ ਸ਼ਬਦ ਵਸ ਰਿਹਾ ਹੈ, ਜਿੱਥੇ ਪੂਰਨਤਾ ਦਾ ਨਿਵਾਸ ਹੈ। ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ ਕਿ ਕਾਹੇ ਰੇ ਬਨ ਖੋਜਨ ਜਾਏ, ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਏ। ਔਰ ਐਗਜ਼ਾਮਪਲ ਦਿੰਦੇ ਹਨ, ਪੋਹ ਘੁੰਮਦੇ ਜੋ ਬਾਸ ਬਸਤ ਹੈ, ਫੁੱਲ ਦੇ ਵਿੱਚ ਜਿਵੇਂ ਖੁਸ਼ਬੂ ਵਸਦੀ ਹੈ। ਮੁਕਰ ਮਾਹੇ ਜੈਸੇ ਛਾਈ, ਮੁਕਰ ਦਾ ਭਾਵ ਮਿਰਰ ਦੇ ਵਿੱਚ ਜਿਵੇਂ ਸਾਡਾ ਇਮੇਜ ਹੈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ। ਘੱਟ ਤਾਂ ਭਾਵੇਂ ਹਿਰਦੇ ਵਿੱਚ ਹੀ ਖੋਜੋ, ਆਪਣੇ ਪ੍ਰੈਜੈਂਟ ਵਿੱਚ ਹੀ ਖੋਜੋ। ਲੇਕਿਨ ਅਸੀਂ ਬਾਹਰ ਬੈਠੇ ਹਾਂ, ਅਸੀਂ ਬਾਹਰ ਭਾਗ ਰਹੇ ਹਾਂ, ਔਰ ਗੁਰੂ ਸਾਹਿਬ ਕਹਿੰਦੇ ਹਨ, ਬਾਰ-ਬਾਰ ਕਹਿੰਦੇ ਹਨ, ਬਾਹਰ ਟੋਲੇ ਸੋ ਪਰਮ ਭਲਾਈ। ਸੋ ਜਦੋਂ ਵੀ ਅਸੀਂ ਗੁਰੂ ਦੇ ਪਾਸ ਬੈਠਦੇ ਹਾਂ, ਪਰਫੈਕਟ ਦੇ ਪਾਸ ਬੈਠਦੇ ਹਾਂ, ਤਾਂ ਸਾਡੀਆਂ ਡਿਜ਼ਾਇਰਸ ਜੋ ਹਨ
ਉਹ ਸਾਨੂੰ ਕਿਤੇ ਦੂਰ ਲੈ ਜਾਂਦੀਆਂ, ਉਹ ਸਾਨੂੰ ਇੰਪਰਫੈਕਸ਼ਨ ਦੇ ਪਾਸ ਲੈ ਜਾਂਦੀਆਂ ਔਰ ਅਪੂਰਨਤਾ ਵੱਲ ਲੈ ਜਾਂਦੀਆਂ। ਔਰ ਗੁਰੂ ਸਾਹਿਬ ਨੇ ਕਈ ਵਾਰ ਫਰਮਾਇਆ ਹੈ ਕਿ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੁਆਮੀ ਉਹਨੂੰ ਪ੍ਰਾਪਤ ਹੋਵੇਗਾ ਜਿਹੜਾ ਆਸ਼ਾ ਤੋਂ ਨਿਰਾਸ਼ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਬਿਰਾਜਮਾਨ ਕਰੇਗਾ, ਜਿਹਦੀ ਇੱਕ ਹੀ ਆਸ ਹੈ ਕਿ ਉਸ ਇੱਕ ਨਾਲ ਜੁੜਨਾ ਹੈ, ਜਿਹਨੇ ਆਪਣੇ ਆਪ ਨੂੰ ਦੁਨੀਆ ਵੱਲੋਂ ਨਿਰਾਸ਼ ਕਰ ਲਿਆ ਹੈ। ਨਿਰਾਸ਼ ਦਾ ਭਾਵ ਨਹੀਂ ਕਿ ਉਹ ਡਿਸਪੇਅਰ 'ਚ ਚਲਾ ਗਿਆ ਹੈ, ਉਹ ਡਿਪਰੈਸ਼ਨ ਚਲਾ ਗਿਆ ਹੈ, ਉਹਨੇ ਆਸਾ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਹੈ। ਸੋ ਜੈਨ ਫਿਲਾਸਫੀ ਹੈ, ਇਹ ਬੁੱਧ ਧਰਮ ਦੀ ਇੱਕ ਬ੍ਰਾਂਚ ਹੈ ਜੈਨ, ਔਰ ਜੈਨ ਫਿਲਾਸਫੀ ਦੇ ਵਿੱਚ ਵੀ ਇਸ ਦਾ ਬਾਰੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਉਸਦੇ ਮੁਤਾਬਕ ਮਾਈਂਡ ਇੱਕ ਨਹੀਂ, ਦੋ ਮਾਈਂਡ ਹਨ, ਇੱਕ ਅਬਜ਼ਰਵਿੰਗ ਮਾਈਂਡ ਹੈ, ਇੱਕ ਥਿੰਕਿੰਗ ਮਾਈਂਡ ਹੈ। ਔਰ ਸਾਡੀ ਟ੍ਰੈਜਡੀ ਇਹ ਹੈ ਕਿ ਅਸੀਂ ਥਿੰਕਿੰਗ ਮਾਈਂਡ ਔਰ ਅਬਜ਼ਰਵਿੰਗ ਮਾਈਂਡ ਨੂੰ ਵੱਖਰੇ ਨਹੀਂ ਵੇਖਦੇ ਹਾਂ, ਉਹ 'ਚ ਵਖਰੇਵਾਂ ਨਹੀਂ ਦਿਖਦੇ ਹਾਂ। ਸਗੋਂ ਸਾਡਾ ਜੋ ਅਬਜ਼ਰਵਿੰਗ ਮਾਈਂਡ ਹੈ ਉਹ ਥਿੰਕਿੰਗ ਮਾਈਂਡ ਦਾ ਹੀ ਹਿੱਸਾ ਬਣਿਆ ਰਹਿੰਦਾ ਹੈ। ਜਦ ਕਿ ਲੋੜ ਇਹ ਹੈ ਕਿ ਅਬਜ਼ਰਵਿੰਗ ਮਾਈਂਡ ਉਸ ਤੋਂ ਪਰੇ ਹੋ ਕੇ, ਪਿੱਛੇ ਖਲੋ ਕੇ ਥਿੰਕਿੰਗ ਮਾਈਂਡ ਨੂੰ ਅਬਜ਼ਰਵ ਕਰੇ ਕਿ ਇਹ ਕੀ ਕਰ ਰਿਹਾ ਹੈ, ਇਹ ਨਿਵਾਣਾ ਵੱਲ ਜਾ ਰਿਹਾ ਹੈ, ਔਰ ਜਾ ਰਿਹਾ ਹੈ ਤਾਂ ਉਸ ਨੂੰ ਵਰਜਣਾ ਹੈ, ਤਾਵਤ ਵਰਜ ਰਿਹਾ ਹੈ। ਇਹ ਭਟਕਦੇ ਮਾਈਂਡ ਨੂੰ ਵਰਜ ਕਰਕੇ, ਉਸ ਨੂੰ ਝਿੜਕ ਕਰਕੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ ਅਵਸਥਾ 'ਚ ਲੈ ਆਉਣਾ ਹੈ, ਪ੍ਰੈਜ਼ੈਂਟ 'ਚ ਲੈ ਆਉਣਾ ਹੈ, ਨਿੱਜ ਘਰ 'ਚ ਲੈ ਆਉਣਾ ਹੈ। ਔਰ ਇਹ ਨਿੱਜ ਘਰ ਕੀ ਹੈ, ਅਬਜ਼ਰਵਿੰਗ ਮਾਈਂਡ ਔਰ ਥਿੰਕਿੰਗ ਮਾਈਂਡ ਕੀ ਹੈ, ਇਹ 'ਚ ਸਾਨੂੰ ਵਖਰੇਵਾਂ ਪਤਾ ਹੋਣਾ ਚਾਹੀਦਾ ਹੈ। ਅਬਜ਼ਰਵਿੰਗ ਮਾਈਂਡ ਅਸੀਂ ਖੁਦ ਹਾਂ, ਅਸੀਂ ਖੁਦ ਮਾਈਂਡ ਤੋਂ ਅਲੱਗ ਹਾਂ। ਅਬਜ਼ਰਵਿੰਗ ਮਾਈਂਡ ਅਸੀਂ ਖੁਦ ਹਾਂ, ਆਪ ਹਾਂ। ਔਰ ਥਿੰਕਿੰਗ ਮਾਈਂਡ ਹੈ ਜਿਹੜੀਆਂ ਸਾਡੀਆਂ ਤ੍ਰਿਸ਼ਨਾਵਾਂ ਹਨ, ਜਿਹੜੀਆਂ ਸਾਡੀਆਂ ਸੋਚਾਂ ਦੀਆਂ ਉਡਾਰੀਆਂ ਹਨ, ਜਿਹੜੇ ਸਾਡੇ ਫੁਰਨੇ ਹਨ। ਔਰ ਸਾਨੂੰ ਇਹ ਨਖੇੜਾ ਕਰਨਾ ਪਏਗਾ ਕਿ ਥਿੰਕਿੰਗ ਮਾਈਂਡ ਸਾਡੇ ਪੂਰਨ ਪਰਸਨੈਲਿਟੀ ਦਾ ਇੱਕ ਹਿੱਸਾ ਹੈ, ਉਹ ਪੂਰਨ ਅਸੀਂ ਨਹੀਂ ਹਾਂ। ਸਾਡੀ ਪੂਰਨਤਾ ਅਬਜ਼ਰਵਿੰਗ ਮਾਈਂਡ 'ਚ ਹੈ। ਔਰ ਅਸੀਂ ਆਪਣੇ ਜੈਨ ਫਿਲਾਸਫੀ ਦੇ ਮੁਤਾਬਕ ਮਨ ਨੂੰ ਸਾਧਨ ਦਾ ਇੱਕ ਰਸਤਾ ਇਹ ਦੱਸਿਆ ਗਿਆ ਹੈ ਕਿ ਅਬਜ਼ਰਵਿੰਗ ਮਾਈਂਡ ਨੂੰ ਸਿਖਾਓ, ਇਹ ਟ੍ਰੇਨਿੰਗ ਦਿਓ ਕਿ ਇਹ ਦੇਖਣਾ ਸ਼ੁਰੂ ਕਰੇ, ਕਿ ਥਿੰਕਿੰਗ ਮਾਈਂਡ ਨੂੰ ਅਬਜ਼ਰਵ ਕਰਨਾ ਸ਼ੁਰੂ ਕਰੇ ਕਿ ਉਹ ਕੀ ਕਰ ਰਿਹਾ ਹੈ। ਔਰ ਪਹਿਲੇ 15 ਦਿਨ 20 ਦਿਨ ਸਿਰਫ ਦੇਖਣਾ ਹੈ ਕਿ ਥਿੰਕਿੰਗ ਮਾਈਂਡ ਕੀ ਕਰ ਰਿਹਾ ਹੈ, ਔਰ ਆਪਣੇ ਆਪ ਨੂੰ ਉਸ ਤੋਂ ਅਲੱਗ ਕਰਨਾ ਹੈ। ਆਪ ਤੁਸੀਂ ਥਿੰਕਿੰਗ ਮਾਈਂਡ ਨੂੰ ਤਾਂ ਹੀ ਵਰਤ ਸਕਦੇ ਹੋ, ਤਾਂ ਹੀ ਉਸ ਨੂੰ ਬੁਰੇ ਕੰਮ ਕਰਨ ਤੋਂ ਰੋਕ ਸਕਦੇ ਹੋ, ਜੇ ਤੁਸੀਂ ਉਸ ਤੋਂ ਅਲੱਗ ਹੋ, ਉਸ ਨੂੰ ਅਬਜ਼ਰਵ ਕਰ ਰਹੇ ਹੋ। ਜਿਵੇਂ ਕੋਈ ਪੁਲਿਸ ਮੈਨ ਹੈ, ਸਿਪਾਹੀ ਹੈ, ਉਹ ਚੋਰ ਨੂੰ ਤਾਂ ਹੀ ਪਕੜ ਸਕਦਾ ਹੈ ਚੋਰੀ ਕਰਨ ਤੋਂ, ਅਗਰ ਉਹਨੂੰ ਆਪਣੀ ਡਿਊਟੀ ਪਤਾ ਹੈ ਕਿ ਮੈਂ ਦੇਖਣਾ ਹੈ ਕਿ ਕੋਈ ਚੋਰ ਚੋਰੀ ਤਾਂ ਨਹੀਂ ਕਰ ਰਿਹਾ। ਅਗਰ ਉਹ ਚੋਰ ਦੇ ਨਾਲ ਰਲ ਕੇ ਚੋਰੀਆਂ ਆ ਵੀ ਕਰਨ ਲੱਗ ਪਿਆ ਤਾਂ ਕਿੱਦਾਂ ਰੋਕ ਸਕਦਾ ਹੈ। ਸੋ ਇਸੇ ਕਰਕੇ ਗੁਰਬਾਣੀ ਵਿੱਚ ਬਾਰ-ਬਾਰ ਕਿਹਾ ਗਿਆ ਹੈ, ਮਨ ਨੂੰ ਸੰਬੋਧਨ ਕੀਤਾ ਗਿਆ ਹੈ। ਸੰਬੋਧਨ ਕਰਨ ਦਾ ਭਾਵ ਹੀ ਹੈ ਕਿ ਮਨ ਸਾਡਾ ਪੂਰਨ ਹਿੱਸਾ ਨਹੀਂ ਹੈ, ਮਨ ਸਾਡਾ ਇੱਕ ਪਾਰਟ ਹੈ। ਸ੍ਰੀ ਰਾਜ ਗੁਰੂ ਸਾਹਿਬ ਨੇ ਕਿਹਾ ਹੀ ਹੈ ਕਿ ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ। ਔਰ ਰਾਮਕਲੀ ਮਹਲਾ ਤੀਸਰਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਏ। ਐਸਾ ਕੰਮ ਮੂਲ ਨ ਕੀਛੇ ਜੇ ਤੰਤ ਪਛਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
कहे नानक मन प्यारे तो सदा सत संभाले। क्यों कह रहा है मन नूं कि तू सदा सत संभाले? क्योंकि वह संभाल नहीं रहा है, वो याद नहीं कर रहा है सच्चे, इस करके उन्हें झिड़किया जा रहा है। सो ऑब्जर्विंग माइंड ऐसा ऐसा ट्रेनिंग हासिल कर लेगा कि थिंकिंग माइंड तो अलग होके थिंकिंग माइंड की कर रहा है और उस दियां एक्टिविटीज़ ਨੂੰ ऑब्जर्व करने की उस कैपेसिटी आ जाएगी, उस कैपेबिलिटी आ जाएगी। और जिस तरह मकदूनिया का बादशाह फिलिप जो है, उसने एक बार अपने सैनिकों को कहा कि एक अमोड़ घोड़ा सी उसदे कोल जो किसी भी सवार को अपने उत्ते सवारी नहीं कर देंदे सी। तो बड़े सूरमे बड़े घोड़ सवार मन्ने पर मन्ने उससे सवारी करन लगे, लेकिन उसने किसी को अपने ऊपर चढ़ नहीं दिता। तो उसने अपने बेटे सिकंदर को कहा कि तू इससे सवारी कर सकता है? वो कहता हाँ मैं कर सकता हाँ, मैनू लेकिन थोड़ा चिर ऑब्जर्व कर लो कि घोड़े के बिहेवियर में। थोड़े देर बाद कहता कि हाँ मैं सवारी कर सकता। सारे बड़े हैरान हुए। तो उसने देखा कि घोड़े के ऊपर जो भी सवार होने लगा है, घोड़े का मुँह वैस्ट वाल उस वक्त है और घोड़े के उत्ते जो सवार होने लगता है तो वह परछावां घोड़े को नज़र आता है और वो तो उतर जाता है और इस करके वो भुड़कन लग पैंदा है और सवार उत्ते सवारी नहीं कर सकता। तो उसने क्योंकि ऑब्जर्व कर लिया कि की वीकनेस है घोड़े की, तो उसने चढ़ते वालों का मुँह किया और पलक झपकदियां ही अशोपले ही घोड़े से सवार हो गया, क्योंकि उसने ऑब्जर्व किया सी। सो असी ज्यों ही मन नूं ऑब्जर्व करना ये योग्यता हासिल कर लवांगे तो उसदियां जो कमजोरियां हैं उसका ज्ञान सानू हो जाएगा और एक दिन अशोपले ही असी उसके उत्ते सवार हो जावांगे और आत्म जिन्हें सगल अवस्था के या का सतगुर पूरा जिसने असी ये विधि हासिल कर लांगे, सानू अपने आप को ऑब्जर्विंग माइंड बना करके असी अपने तृष्णावां थिंकिंग माइंड को अलग देखने की अपनी योग्यता हासिल कर लवांगे, तो असी उसनूं निज घर दे विच रखण की समर्था हासिल कर लवांगे। श्री राग दे विच गुरु अमरदास साहब फरमांदे हैं, निज घर वसे अमृत पीवे तां सुख लहे महल। तो उस वक्त असी जो भी गुरु साहब की आराधना कर लगांगे, सिमरन कर लगांगे, तो पूरी तरह अपने मन को सतगुरु के चरणों के नाल जोड़ सकांगे। वो अम्यो रस पी सकांगे, वो अमृत के कुंड के विच इशनान कर सकांगे, जन्म जन्म की मैल जो है उस तो अपने आप को सुरखरू कर सकांगे। सो सतगुरु बख्शिश करे। वाहिगुरू जी का खालसा, वाहिगुरू जी की फतेह।